ਸਤਿ ਸ਼੍ਰੀ ਅਕਾਲ। ਪੰਜਾਬ ਤੱਕ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਮਨਜੀਤ ਸਹਿਗਲ। ਅੱਜ ਦੇ ਬੁਲੇਟਿਨ ਵਿੱਚ ਗੱਲ ਕਰਾਂਗੇ ਸੁਪਰੀਮ ਕੋਰਟ ਦੁਆਰਾ ਅਪਾਇੰਟ ਕੀਤੀ ਗਈ 3 ਮੈਂਬਰੀ ਕਮੇਟੀ ਜਿਸ ਨੇ ਆਪਣੀ ਰਿਪੋਰਟ ਇੱਕ ਸੀਲਬੰਦ ਲਿਫਾਫੇ ਤੇ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਕੀ ਹੈਗਾ ਇਸ ਰਿਪੋਰਟ ਤੇ ਕੀ ਹੋ ਸਕਦਾ ਹੈ ਕਿ ਇਸ ਰਿਪੋਰਟ ਨੂੰ ਲੈ ਕੇ ਫਾਰਮਰ ਯੂਨੀਅਨਸ ਕੀ ਕਹਿੰਦੇ ਆਏ ਨੇ, ਇਸ ਦੀ ਵਿਸਤਾਰ 'ਚ ਚਰਚਾ ਕਰਾਂਗੇ। 11 ਜਨਵਰੀ ਨੂੰ ਸੁਪਰੀਮ ਕੋਰਟ ਨੇ ਇੱਕ 4 ਮੈਂਬਰੀ ਕਮੇਟੀ ਬਣਾਈ ਸੀ ਜਿਹਦੇ ਵਿੱਚ ਕਿਸਾਨ ਨੇਤਾ ਭੁਪਿੰਦਰ ਸਿੰਘ ਮਾਨ ਵੀ ਸੀ, ਲੇਕਿਨ ਬਾਅਦ 'ਚ ਭੁਪਿੰਦਰ ਮਾਨ ਹੋਰਾਂ ਨੇ ਆਪਣਾ ਨਾਮ ਜਿਹੜਾ ਹੈ ਉਹ ਵਾਪਿਸ ਲੈ ਲਿਆ ਸੀ ਤੇ ਉਸ ਤੋਂ ਬਾਅਦ ਇਸ ਕਮੇਟੀ ਵਿੱਚ 3 ਮੈਂਬਰ ਰਹਿ ਗਏ ਸੀ ਤੇ ਇਨ 3 ਮੈਂਬਰਾਂ ਨੇ ਇੱਕ ਵੈਬ ਪੋਰਟਲ ਦੇ ਰਾਹੀਂ ਲੋਕਾਂ ਦੀ ਸੁਜੈਸ਼ਨਸ ਮੰਗੀ ਸੀ ਤੇ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਜ਼ਰੀਏ ਵੀ ਇੱਕ ਇਹ ਦਾਅਵਾ ਕੀਤਾ ਗਿਆ ਸੀ ਕਿ 10 ਜਿਹੜੀ ਫਾਰਮਰ ਯੂਨੀਅਨਸ ਨੇ ਉਹਨਾਂ ਦੇ ਨਾਲ ਇਸ ਕਮੇਟੀ ਦੇ ਮੈਂਬਰਸ ਨੇ ਗੱਲਬਾਤ ਕੀਤੀ ਤੇ ਉਹਨਾਂ ਦੀ ਸੁਜੈਸ਼ਨਸ ਲਈ। ਲੇਕਿਨ ਸੋਰਸਿਸ ਸਾਨੂੰ ਦੱਸ ਰਹੇ ਨੇ ਕਿ 10 ਜਿਹੜੀ ਫਾਰਮਰ ਯੂਨੀਅਨਸ ਦੇ ਨਾਲ ਇਹ 3 ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਗੱਲਬਾਤ ਕਰਨੇ ਦਾ ਦਾਅਵਾ ਕੀਤਾ ਸੀ। ਇਹ ਕਿਸਾਨ ਯੂਨੀਅਨਸ ਉਹਨਾਂ 40 ਯੂਨੀਅਨਸ ਵਿੱਚ ਸ਼ਾਮਿਲ ਨਹੀਂ ਜਿਹੜੀਆਂ ਪਿਛਲੇ 4 ਮਹੀਨਿਆਂ ਤੇ ਦਿੱਲੀ ਦੀਆਂ 3 ਥਾਵਾਂ ਤੇ ਪ੍ਰਦਰਸ਼ਨ ਕਰ ਰਹੀਆਂ ਨੇ। ਫਾਰਮਰ ਯੂਨੀਅਨਸ ਦੇ ਲੀਡਰਸ ਕਹਿ ਰਹੇ ਨੇ ਕਿ ਜਿਹੜੀਆਂ 10 ਫਾਰਮਰ ਯੂਨੀਅਨਸ ਕੰਸਲਟ ਕੀਤੀਆਂ ਗਈਆਂ ਨੇ ਉਹ ਪਹਿਲਾਂ ਤੇ ਹੀ ਫਾਰਮਰ ਜਿਹੜੇ ਰਿਫਾਰਮ ਲਾਜ਼ ਹੈਗੇ 3 ਉਹਨਾਂ ਦੇ ਫੇਵਰ ਵਿੱਚ ਸੀ। ਤੇ ਫਿਰ ਕੀ ਮਤਲਬ ਹੋਇਆ ਸੁਜੈਸ਼ਨਸ ਲੈਣੇ ਦਾ, ਕਿਉਂਕਿ ਜਿਹੜੀਆਂ 40 ਫਾਰਮਰ ਯੂਨੀਅਨ ਸੀ ਉਹਨਾਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਕਿ ਉਹ ਉਸ ਕਮੇਟੀ ਨੂੰ ਨਹੀਂ ਮੰਨਦੇ ਤੇ ਇਸ ਕਮੇਟੀ ਦੇ ਨਾਲ ਨਹੀਂ ਮਿਲਾਂਗੇ ਤੇ ਆਪਣਾ ਕੋਈ ਸੁਜੈਸ਼ਨ ਇਸ ਕਮੇਟੀ ਦੇ ਮੈਂਬਰਸ ਨੂੰ ਨਹੀਂ ਦੇਵਾਂਗੇ। ਤਾਂ ਕੀ ਮਤਲਬ ਹੋਇਆ ਇਸ ਕਮੇਟੀ? ਹਾਲਾਂਕਿ ਇਹ ਜਿਹੜੀ ਰਿਪੋਰਟ ਹੈ ਇਹ ਇੱਕ ਸੀਲਬੰਦ ਲਿਫਾਫੇ ਵਿੱਚ ਸੁਪਰੀਮ ਕੋਰਟ ਨੂੰ ਸੌਂਪੀ ਗਈ ਹੈ। ਇਹਦੇ ਕੰਟੈਂਟ ਕੀ ਨੇ, ਇਹਦੇ ਵਿੱਚ ਕੀ ਲਿਖਿਆ ਗਿਆ ਹੈ ਹਾਲੀ ਤੱਕ ਜਗ ਜ਼ਾਹਿਰ ਨਹੀਂ ਹੋਇਆ। ਲੇਕਿਨ ਜਿਹੜੀ ਫਾਰਮਰ ਯੂਨੀਅਨਸ ਨੇ ਉਹ ਐਸਟੀਮੇਟ ਲਾ ਰਹੀਆਂ ਨੇ ਕਿ ਇਹ ਇਸ ਕਮੇਟੀ ਦੀ ਜਿਹੜੀ ਰਿਪੋਰਟ ਹੋਏਗੀ ਉਹ ਪ੍ਰੋ ਗਵਰਨਮੈਂਟ ਜਾਂ ਫਿਰ ਪ੍ਰੋ 3 ਕੰਟੈਂਸ਼ੀਅਸ ਫਾਰਮ ਲਾਜ਼ ਹੀ ਹੋਏਗੀ, ਕਿਉਂਕਿ ਫਾਰਮਰ ਯੂਨੀਅਨਸ ਨੇ ਆਰੋਪ ਲਾਇਆ ਸੀ ਕਿ ਜਿਹੜੇ ਇਸ ਦੇ ਮੈਂਬਰ ਨੇ ਉਹ ਪਹਿਲਾਂ ਹੀ ਜਿਹੜੇ ਕਿ ਖੇਤੀ ਕਾਨੂੰਨ ਨੇ ਉਹਨਾਂ ਦੀ ਫੇਵਰ 'ਚ ਬੋਲ ਚੁੱਕੇ ਨੇ ਤੇ ਸਰਕਾਰ ਦੇ ਬੰਦੇ ਨੇ। ਤੇ ਯੂਨੀਅਨ ਲੀਡਰਸ ਇਹ ਕਹਿ ਰਹੇ ਨੇ ਕਿ ਜਦ ਸਰਕਾਰ ਦੇ ਆਪਣੇ ਬੰਦੇ ਇਸ ਕਮੇਟੀ ਦੀ ਰਿਪੋਰਟ ਜਾਂ ਫਿਰ ਉਸਦੇ ਮੈਂਬਰ ਨੇ ਉਹ ਕਿਵੇਂ ਕਿਸਾਨਾਂ ਦੀ ਜਿਹੜੀ ਅਸਲੀ ਆਵਾਜ਼ ਹੈ, ਅਸਲੀ ਆਬਜੈਕਸ਼ਨਸ ਹੈ ਉਹ ਰੇਜ਼ ਕਰ ਸਕਦੇ ਨੇ। ਇਹ ਕਿਸਾਨ ਯੂਨੀਅਨਸ ਦਾ ਇੱਕ ਵਿਚਾਰ ਆ। ਹਾਲਾਂਕਿ ਇਹ ਜਿਹੜੀ ਕਮੇਟੀ ਹੈ ਇਸਨੇ ਜਿਹੜੀ ਰਿਪੋਰਟ ਸੀਲਬੰਦ ਲਿਫਾਫੇ ਵਿੱਚ ਸੁਪਰੀਮ ਕੋਰਟ ਨੂੰ ਦਿੱਤੀ ਹੈ, ਇਸ ਵਿੱਚ ਅਸਲ ਵਿੱਚ ਕਿਆ ਹੈ, ਉਹਦਾ ਕੰਟੈਂਟ ਕੀ ਹੈ, ਇਸ ਰਿਪੋਰਟ ਵਿੱਚ 3 ਖੇਤੀ ਕਾਨੂੰਨਾਂ ਦੇ ਬਾਰੇ ਕੀ ਦੱਸਿਆ ਗਿਆ ਹੈ, ਇਹ ਸਾਫ਼ ਨਹੀਂ ਹੈ। ਇਹ ਸਾਫ਼ ਤਾਂ ਹੀ ਹੋਏਗਾ ਜਦ ਸੁਪਰੀਮ ਕੋਰਟ ਇਸ ਮਾਮਲੇ 'ਚ ਸੁਣਾਈ ਕਰੇਗਾ ਜਾਂ ਫਿਰ ਇਸ ਰਿਪੋਰਟ ਦੇ ਕੰਟੈਂਟ ਪਬਲਿਕ ਹੋਣਗੇ, ਸਾਰਵਜਨਿਕ ਹੋਣਗੇ। ਜਦ ਤੱਕ ਇਸ ਕਮੇਟੀ ਦੇ ਕੰਟੈਂਟ ਸਾਰਵਜਨਿਕ ਯਾਨੀ ਪਬਲਿਕ ਨਹੀਂ ਹੋਣਗੇ ਤਦ ਤੱਕ ਇਸ ਤੇ ਜਿਹੜੇ ਐਸਟੀਮੇਸ਼ਨ ਹੈ ਜਾਂ ਫਿਰ ਜਿਹੜੇ ਓਪੀਨੀਅਨ ਹੈ ਵਹੀ ਲੋਕੀ ਦਿੰਦੇ ਜਾਂਦੇ ਰਹਿਣਗੇ। ਸਵਾਲ ਇਹ ਹੈ ਕਿ ਸੁਪਰੀਮ ਕੋਰਟ ਨੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਸੀ ਉਸ ਨੂੰ ਕਿਸਾਨ ਯੂਨੀਅਨਸ ਮੰਨਦੀਆਂ ਨੇ ਜਾਂ ਫਿਰ ਨਹੀਂ। ਸੁਪਰੀਮ ਕੋਰਟ ਭਾਰਤ ਦੀ ਇੱਕ ਸਰਵੋੱਚ ਇੰਡੀਪੈਂਡੈਂਟ ਸੰਸਥਾ ਹੈਗੀ। ਜੇ ਕਿਸਾਨ ਯੂਨੀਅਨਸ ਸੁਪਰੀਮ ਕੋਰਟ ਦੇ ਡਿਸੀਜਨ ਤੇ ਵੀ ਸਵਾਲ ਚੁੱਕ ਰਹੀਆਂ ਨੇ ਤਾਂ ਫਿਰ ਇਹ ਸਹੀ ਨਹੀਂ, ਕਿਉਂਕਿ ਸੁਪਰੀਮ ਕੋਰਟ ਨੇ ਕਿਸਾਨਾਂ ਦਾ ਜਿਹੜਾ ਗੁੱਸਾ ਹੈ, ਕਿਸਾਨਾਂ ਦਾ ਜਿਹੜਾ ਰੋਸ਼ ਹੈ ਉਸ ਨੂੰ ਦੇਖਦੇ ਹੋਇਆ 3 ਮਹੀਨਿਆਂ ਤੱਕ ਖੇਤੀ ਕਾਨੂੰਨਾਂ ਦੀ ਇੰਪਲੀਮੈਂਟੇਸ਼ਨ ਤੇ ਰੋਕ ਲਾ ਦਿੱਤੀ ਸੀ। ਸਾਨੂੰ ਪਤਾ ਹੈ ਸਤੰਬਰ 2020 ਤੱਕ ਇਹਨਾਂ ਕਾਨੂੰਨਾਂ ਨੂੰ ਪਾਸ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਲਗਾਤਾਰ ਕਿਸਾਨ ਯੂਨੀਅਨਸ ਇਹਨਾਂ ਕਾਨੂੰਨਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਨੇ ਤੇ ਹੁਣ 10 ਮਹੀਨੇ ਦਾ ਸਮਾਂ ਹੋ ਗਿਆ ਪ੍ਰੋਟੈਸਟ ਕਰਦਿਆਂ 4 ਮਹੀਨੇ ਤਾਂ ਉਹਨਾਂ ਨੂੰ ਦਿੱਲੀ ਵੀ ਹੋ ਗਏ। 11 ਵਾਰ ਦੀ ਟੇਬਲ ਟਾਕਸ ਹੋ ਚੁੱਕੀਆਂ ਨੇ, ਸਾਰੀਆਂ ਟਾਕਸ ਬੇਨਤੀਜਾ ਰਹੀਆਂ ਨੇ, ਬੇਸਿੱਟਾ ਰਹੀਆਂ ਨੇ। ਇੱਕ ਵਾਰ ਹੋਮ ਮਿਨਿਸਟਰ ਅਮਿਤ ਸ਼ਾਹ ਦੇ ਨਾਲ ਵੀ ਗੱਲਬਾਤ ਹੋਈ ਸੀ ਲੇਕਿਨ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਹਾਲਾਂਕਿ ਦੋਨੋਂ ਪਾਸੇ ਭਾਵੇਂ ਉਹ ਕਿਸਾਨ ਯੂਨੀਅਨਸ ਹੋਣ ਜਾਂ ਫਿਰ ਸੈਂਟਰ ਗਵਰਨਮੈਂਟ ਦੇ ਆਗੂ ਅਲੱਗ-ਅਲੱਗ ਬਿਆਨ ਦੇ ਕੇ ਇਹ ਦਾਅਵਾ ਕਰਦੇ ਆਏ ਨੇ ਕਿ ਅਸੀਂ ਗੱਲਬਾਤ ਲਈ ਤਿਆਰ ਹੈ, ਲੇਕਿਨ ਕਿਸਾਨ ਯੂਨੀਅਨਸ ਨੂੰ ਕੋਈ ਸੱਦਾ ਨਹੀਂ ਭੇਜਿਆ ਗਿਆ। ਡੈਡਲੌਕ ਜੋ ਹੈਗਾ ਉਸ ਨੂੰ 2 ਮਹੀਨੇ ਦਾ ਟਾਈਮ ਹੋ ਗਿਆ। ਹਾਲਾਂਕਿ
ਕੁਝ ਦਿਨ ਪਹਿਲਾਂ ਕੇਂਦਰ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਹ ਹਿੰਟ ਦਿੱਤਾ ਸੀ ਕਿ ਸੈਂਟਰ ਗਵਰਨਮੈਂਟ ਇਸ ਡੈਡਲੌਕ ਨੂੰ ਤੋੜਨੇ ਦੇ ਲਈ ਜਲਦੀ ਪਹਿਲ ਕਰੇਗੀ, ਕਿਉਂਕਿ ਗੱਲਬਾਤ ਦੇ ਨਾਲ ਹੀ ਇਹ ਹੱਲ ਹੋ ਸਕਦਾ ਹੈ। ਲੇਕਿਨ ਹਾਲੇ ਤੱਕ ਕਿਸਾਨ ਯੂਨੀਅਨਸ ਨੂੰ ਇਸ ਬਾਰੇ ਕੋਈ ਵੀ ਸੱਦਾ ਨਹੀਂ ਆਇਆ, ਕੋਈ ਇਨਵੀਟੇਸ਼ਨ ਆਇਆ ਨਹੀਂ ਹੈ ਤੇ ਕਿਸਾਨ ਯੂਨੀਅਨਸ ਇੰਤਜ਼ਾਰ ਕਰ ਰਹੀਆਂ ਨੇ, ਵੇਟ ਕਰ ਰਹੀਆਂ ਨੇ। ਤੇ ਸੋਰਸਿਸ ਸਾਨੂੰ ਇਹ ਦੱਸ ਰਹੇ ਨੇ ਕਿ ਜੇ ਕਿਸਾਨ ਯੂਨੀਅਨਸ ਆਪਣੀ ਮੰਗ ਤੇ ਅੜੀਆਂ ਰਹੀਆਂ ਜਾਂ ਫਿਰ ਸੈਂਟਰ ਗਵਰਨਮੈਂਟ ਵੀ ਆਪਣੀ ਉਸ ਜਿੱਦ ਤੇ ਅੜੀ ਰਹੀ ਕਿ ਅਸੀਂ ਸ਼ੋਧਾਂ ਕਰਾ ਸਕਦੇ ਜਾਂ ਫਿਰ ਕਾਨੂੰਨ ਵਾਪਸ ਨਹੀਂ ਲਵਾਂਗੇ, ਤਾਂ ਫਿਰ ਹੱਲ ਕਿਵੇਂ ਨਿਕਲੇਗਾ? ਕੀ ਹੱਲ ਹੈ? ਕਿ ਕਿਸਾਨ ਇਸ ਤਰ੍ਹਾਂ ਹੀ ਸੜਕਾਂ ਤੇ ਰਹਿਣਗੇ? ਕਿ ਕਿਸਾਨ ਤੇ ਉਹਨਾਂ ਦੇ ਜਿਹੜੀ ਫੈਮਲੀਜ਼ ਨੇ, ਉਹਨਾਂ ਦੇ ਪਰਿਵਾਰ ਨੇ ਇਸ ਤਰ੍ਹਾਂ ਹੀ ਪਰੇਸ਼ਾਨ ਹੁੰਦੇ ਰਹਿਣਗੇ? ਇਹ ਵੀ ਇੱਕ ਵੱਡਾ ਸਵਾਲ ਹੈ। ਦੇਖਣਾ ਦਿਲਚਸਪ ਇਹ ਹੋਏਗਾ ਕਿ 3 ਮੈਂਬਰੀ ਕਮੇਟੀ ਨੇ ਸੁਪਰੀਮ ਕੋਰਟ ਨੂੰ ਸੀਲਬੰਦ ਲਿਫਾਫੇ 'ਚ ਜਿਹੜੀ ਰਿਪੋਰਟ ਦਿੱਤੀ ਹੈ ਉਹਦੇ ਵਿੱਚ ਹੈਗਾ ਕੀ ਉਹ ਕਿਸਾਨਾਂ ਦੇ ਹੱਕ 'ਚ ਹੈਗੀ? ਕਿ ਉਹਨਾਂ ਨੇ ਕਿਸਾਨਾਂ ਦੇ ਭਾਵੇਂ ਜਿਹੜੀ 40 ਯੂਨੀਅਨਸ ਨੇ ਉਹਨਾਂ ਦੇ ਨਾਲ ਗੱਲ ਨਹੀਂ ਕੀਤੀ? ਕਿ ਉਹਨਾਂ ਦੀ ਜਿਹੜੀ ਸੋਚ ਹੈ ਉਸ ਨੂੰ ਉਸ ਰਿਪੋਰਟ 'ਚ ਲਿਖਿਆ ਹੈ, ਦੱਸਿਆ, ਉਹਨੂੰ ਮੈਂਸ਼ਨ ਕੀਤਾ ਹੈ? ਜਾਂ ਫਿਰ ਉਸ ਰਿਪੋਰਟ ਵਿੱਚ ਇਹ ਜਿਹੜੀ ਰਿਪੋਰਟ ਦਿੱਤੀ ਗਈ ਹੈ ਸੁਪਰੀਮ ਕੋਰਟ ਨੂੰ ਗੁਣਗਾਨ ਕਰ ਦਿੱਤਾ ਗਿਆ ਤਿੰਨਾਂ ਕਾਨੂੰਨਾਂ ਦਾ? ਇਹ ਦੇਖਣੇ ਵਾਲੀ ਗੱਲ ਹੋਏਗੀ। ਦੂਜੀ ਗੱਲ ਇਹ ਕਿ ਸੈਂਟਰ ਗਵਰਨਮੈਂਟ ਕਦ ਇਸ ਡੈਡਲੌਕ ਨੂੰ ਤੋੜਨੇ ਦੀ ਪਹਿਲ ਕਰੇਗੀ? ਦਾਅਵਾ ਕੀਤਾ ਜਾ ਰਿਹਾ ਕਿ ਜਿਹੜੀ ਹੈਲਪ ਹੈ ਉਹ ਇੱਕ ਟੈਲੀਫੋਨ ਦੀ ਡਿਸਟੈਂਸ ਤੇ ਹੈਗੀ, ਤੁਸੀਂ ਫੋਨ ਕਰੋ, ਅਸੀਂ ਗੱਲਬਾਤ ਲਈ ਤਿਆਰ ਆ, ਸ਼ੋਧ ਕਰਨ ਲਈ ਤਿਆਰ ਹੈ। ਜੇ ਤੁਸੀਂ ਇਹ ਵੀ ਕਹਿੰਦੇ ਹੋ ਕਿ ਜੇ ਇਹਨਾਂ ਕਾਨੂੰਨਾਂ ਨੂੰ ਹੋਲਡ ਤੇ ਰੱਖਣਾ ਤਾਂ ਅਸੀਂ 18 ਮਹੀਨੇ ਦਾ ਟਾਈਮ ਵੀ ਤੁਹਾਨੂੰ ਦਿੱਤਾ ਸੀ, ਅਸੀਂ ਹੋਲਡ ਤੇ ਵੀ ਰੱਖ ਸਕਦੇ ਹਾਂ। ਲੇਕਿਨ ਹੁਣ ਗੱਲ ਇਹ ਹੈ ਕਿ ਸੁਪਰੀਮ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਹੋਏਗੀ। ਸੁਪਰੀਮ ਕੋਰਟ ਕੀ ਫੈਸਲਾ ਲੈਂਦਾ ਇਹ ਵੀ ਦੇਖਣੇ ਵਾਲੀ ਗੱਲ ਹੋਏਗੀ। ਕੀ ਸੁਪਰੀਮ ਕੋਰਟ ਨੇ ਜਿਹੜਾ ਸਟੇ ਲਾਇਆ ਸੀ ਤਿੰਨਾਂ ਕਾਨੂੰਨਾਂ ਤੇ ਉਸ ਨੂੰ ਲਿਫਟ ਕਰ ਦਿੰਦਾ ਹੈ ਜਾਂ ਫਿਰ ਨਹੀਂ, ਜਾਂ ਫਿਰ ਪਰਮਾਨੈਂਟਲੀ ਸਟੇ ਲਾ ਦਿੰਦਾ, ਇਹ ਵੀ ਦੇਖਣੇ ਵਾਲੀ ਗੱਲ ਹੋਏਗੀ। ਤੇ ਐਸੀ ਅੱਜ ਦਾ ਬੁਲੇਟਿਨ, ਅੱਜ ਦੀ ਡਿਸਕਸ਼ਨ, ਐਨਾਲਿਸਿਸ ਕਿਹੜਾ ਲੱਗਿਆ ਤੁਹਾਨੂੰ? ਤੁਸੀਂ ਦੇਖਦੇ ਰਹੋ ਪੰਜਾਬ ਤੱਕ ਤੇ ਆਪਣੀ ਸੁਜੈਸ਼ਨਸ ਸਾਨੂੰ ਭੇਜਦੇ ਰਹੋ। ਤੁਹਾਡੀ ਸੁਜੈਸ਼ਨਸ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਹੈ।